ਇਹ ਤੁਹਾਡੀ ਸਿੰਪੈਥੀ ਨਹੀਂ ਚਾਹੁੰਦੇ, ਇਹ ਚਾਹੁੰਦੇ ਕਿ ਤੁਸੀਂ ਬਰਾਬਰ ਸਮਝੋ ਇਹਨਾਂ ਨੂੰ ਔਰ ਸਪੈਸ਼ਲ ਟਰੀਟ ਨਾ ਕਰੋ ਕਿ ਹਾਏ ਇਹਨੂੰ ਕੀ ਹੋ ਗਿਆ, ਇਸ ਟਾਈਪ ਦਾ ਨਹੀਂ। ਇਹਨਾਂ ਨੂੰ ਵੀ ਇਕੁਅਲ अपॉर्चुनिटी मिलनी चाहिए। हमने इनके बनाए हुए बैग्स देखे, पेंटिंग्स देखी और उनमें इतनी सफाई है, उनमें इतनी कला है जितनी शायद हमारे हाथों में भी नहीं है। वाई कांट वी हैव अ इंक्लूसिव सोसाइटी ऑफ दीज चिल्ड्रन जहाँ पे ये नॉर्मल किड्स के साथ रहे, उनके जैसे अपने आप में डेवलपमेंट लाएं। तो ये बच्चे बहुत इंटेलिजेंट है एंड वो बहुत जल्दी अंडरस्टैंड करते हैं चीज़ों को। क्योंकि ਅਸੀਂ ਅੱਖੀ ਦੇਖਿਆ ਨਾ ਡਾਂਸ ਕੀਤਾ ਬੱਚਿਆਂ ਨੇ, ਸਟਿਚਿੰਗ ਕਰ ਰਹੇ ਆ, ਡਰਾਇੰਗ ਕਰ ਰਹੇ ਆ ਤੇ ਸਾਨੂੰ ਬਿਲਕੁਲ ਨਹੀਂ ਲੱਗੇ ਕਿ ਉਹ ਡਿਸੇਬਲਡ ਬੱਚੇ ਆ। ਜਦੋਂ ਯੂਥ ਇਹਨਾਂ ਨਾਲ ਇੰਟਰੈਕਟ ਕਰੇਗਾ ਤੇ ਉਹਦੇ ਵਿੱਚ ਇੱਕ ਸੇਵਾ ਭਾਵ ਆਏਗਾ। ਉਹ ਵੀ ਸਮਾਜ ਦਾ ਇੱਕ ਬਹੁਤ ਅਭਿੰਨ ਅੰਗ ਨੇ। ਅਸੀਂ ਸਾਡੇ ਹੀ ਘਰਾਂ ਦੇ ਬੱਚੇ ਨੇ, ਕੋਈ ਬਾਹਰੋਂ ਤਾਂ ਆਏ ਨਹੀਂ ਹੋਏ ਤੇ ਅਸੀਂ ਉਹਨਾਂ ਨੂੰ ਆਪਣੇ ਵਰਗਾ ਹੀ ਸਮਝ ਕੇ ਉਹਨਾਂ ਦੇ ਨਾਲ ਜਦੋਂ ਵਰਤਾਂਗੇ, ਉਹਨਾਂ ਦੇ ਨਾਲ ਖੁਸ਼ੀਆਂ ਵੰਡਾਂਗੇ ਤੇ ਸਾਡੀਆਂ ਖੁਸ਼ੀਆਂ ਵੀ ਵਧਣਗੀਆਂ। हम इसे एक डिसेबिलिटी नहीं, एक स्पेशल एबिलिटी की तरह देखें। इन्हें बस थोड़ी स्पेशल केयर और प्रोटेक्शन की ज़रूरत है, थोड़ी स्पेशल गाइडेंस की ज़रूरत है, पर ये डिसेबल्ड नहीं है, ये किसी भी तरीके से हमसे कम नहीं है। these underprivileged kids they are also part of our society। ਮੈਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਖੁਸ਼ ਕਰਕੇ ਕੁਝ ਥੋੜੀ ਤਰੀਕੇ ਨਾਲ ਅਸੀਂ ਕੁਝ ਸੋਸਾਇਟੀਜ਼ ਤੇ ਕੰਟਰੀਬਿਊਟ ਕਰ ਰਹੇ ਹਾਂ। so I am glad that city needs have taken an initiative and we from government college has also come through them only and we are really happy to be here today। ਡਿਫਰੈਂਟ ਇਹ ਬੱਚੇ ਨੇ ਤੇ ਇਸ ਕਰਕੇ ਨਾਰਮਲਾਈਜ਼ ਕਰਨਾ ਚਾਹੀਦਾ ਬਿਹੇਵੀਅਰ, ਖੁਸ਼ੀਆਂ ਵੰਡਣੀਆਂ ਚਾਹੀਦੀਆਂ। ਹੈਪੀਨੈਸ ਵੀਕ ਮਨਾ ਰਹੇ ਸਿਟੀ ਨੀਡਸ ਨਾਲ ਐਸਸੀਡੀ ਗਵਰਨਮੈਂਟ ਕਾਲਜ ਦੇ ਬੱਚੇ ਆ ਅਸੀਂ, ਤੇ ਸਾਨੂੰ ਬਹੁਤ ਮਜ਼ਾ ਆਇਆ ਇੱਥੇ ਆ ਕੇ ਤੇ ਅਸੀਂ ਅੱਗੇ ਵੀ ਆਉਂਦੇ ਰਵਾਂਗੇ। ਹਰ ਇੱਕ ਦੀ ਲੋੜ ਵੱਖਰੀ ਹੋ ਸਕਦੀ ਹੈ, ਤਰੀਕੇ ਵੱਖਰੇ ਹੋ ਸਕਦੇ ਹਨ, ਪਰ ਆਲ ਸੈਡ ਐਂਡ ਡਨ ਸਮਾਜ ਵਿੱਚ ਹਰ ਇਨਸਾਨ ਨੂੰ ਜਗ੍ਹਾ मिलन की लोड़ है और समाज इतना काबिल है, इतना स्ट्रोंग है, इतनी स्पेस है साडे सोसाइटी विच कि असीं सारिआं नूं नाल मिला के चल सकते। सत श्री अकाल, लुधियाना लाइव देखने वाले दर्शकों का स्वागत है। मैं हाँ परमजीत कौर। हैप्पीनैस वीक चल रहा है 17 मार्च ਤੋਂ ਲੈ ਕੇ 22 ਮਾਰਚ ਤੱਕ ਤੇ ਅੱਜ 5th ਡੇ ਹੈ ਹੈਪੀਨੈਸ ਵੀਕ ਦਾ ਤੇ ਸਿਟੀ ਨੀਡਸ ਐਨਜੀਓ ਦੇ ਵੱਲੋਂ ਜੋ ਇਨੀਸ਼ੀਏਟਿਵ ਲਿਆ ਗਿਆ ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਾ ਕੇ ਇਵੈਂਟਸ ਆਰਗੇਨਾਈਜ਼ ਕਰਵਾਏ ਜਾ ਰਹੇ ਨੇ, ਉਹਨਾਂ ਨੂੰ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ, ਵੱਖ-ਵੱਖ ਐਕਟੀਵਿਟੀਜ਼ ਕਰਵਾਈਆਂ ਜਾ ਰਹੀਆਂ ਨੇ ਤੇ ਵੱਖ-ਵੱਖ ਐਨਜੀਓਜ਼ ਨੂੰ ਵੀ ਇੱਕ ਪਲੇਟਫਾਰਮ ਦਿੱਤਾ ਹੈ ਤਾਂ ਜੋ ਉਹ ਵੀ ਇੱਥੇ ਆ ਸਕਣ ਅਤੇ ਇਹਨਾਂ ਦੇ ਨਾਲ ਇਹਨਾਂ ਸੰਸਥਾਵਾਂ ਦੇ ਵਿੱਚ ਆ ਕੇ ਜੋ ਜ਼ਰੂਰਤ ਦਾ ਸਮਾਨ ਹੈ ਉਹ ਡਿਸਟ੍ਰੀਬਿਊਟ ਕਰ ਸਕਣ, ਇਹਦੇ ਨਾਲ ਟਾਈਮ ਸਪੈਂਡ ਕਰ ਸਕਣ। ਤੇ ਅੱਜ ਇਹ ਪਹੁੰਚੇ ਲੁਧਿਆਣਾ ਦੇ ਡੁਗਰੀ ਫੇਜ਼ 1 ਦੇ ਵਿੱਚ ਆਸ਼ੀਰਵਾਦ ਸੈਰੇਬਲ ਪੈਲਸੀ ਆਰਗੇਨਾਈਜੇਸ਼ਨ ਦੇ ਵਿੱਚ ਜਿੱਥੇ ਕਿ ਡਿਸੇਬਲਡ ਬੱਚੇ ਹੁੰਦੇ ਨੇ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਡਾਕਟਰ ਨੀਲਮ ਸੋਢੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਅੱਜ ਜਿਹੜਾ ਬੱਚਿਆਂ ਦੇ ਵਾਸਤੇ ਆਰਗੇਨਾਈਜ਼ ਕੀਤਾ ਹੈ ਇਵੈਂਟ, ਤੁਸੀਂ ਅੱਜ ਇੱਥੇ ਪਹੁੰਚੇ, ਪਹਿਲਾਂ ਤਾਂ ਦੱਸੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ? बहुत अच्छा लग रहा है क्योंकि सिटी नीड्स ਦੇ ਥਰੂ ਅਸੀਂ ਇਤਨੇ ਯੰਗਸਟਰਸ ਦੇ ਨਾਲ, ਇੰਨੇ ਲੋਕਾਂ ਦੇ ਨਾਲ ਕਨੈਕਟ ਹੋ ਪਾਏ ਹਾਂ। ਸਾਡਾ ਮਕਸਦ ਹਮੇਸ਼ਾ ਡਿਸੇਬਿਲਿਟੀ ਸੈਕਟਰ ਵਿੱਚ ਕੰਮ ਕਰਨ ਦਾ ਇਹ ਨਹੀਂ ਹੈ ਕਿ ਸਾਡੇ ਬੱਚੇ ਵਿਚਾਰੇ ਹਨ। ਅਸੀਂ ਇੱਕ ਅਵੇਅਰਨੈਸ ਕ੍ਰੀਏਟ ਕਰਨਾ ਚਾਹ ਰਹੇ ਹਾਂ ਕਿ ਡਿਸੇਬਿਲਿਟੀ ਇਜ਼ ਜਸਟ ਲਾਈਕ सोसाइटी विच, समाज विच किसी भी होर अवस्था की तरह है और इतने इकट्ठे लोगों के नाल गल कर पाना, अपनी गल नूं समझाना, साडे इत्थे आए हुए साडे जो साडे बच्चे हैं या यंग एडल्ट्स हैं उन्हां नाल इन्हां नूं मिलाना और एक होप है साडी कि जो अज ये लोग इत्थों देख के जाएंगे, सुन के जाएंगे, महसूस करके जाएंगे, उन्होंने अपनी लाइफ विच किसी तरीके नाल एक पॉजिटिव तरीके नाल अपनी लाइफ लाइफ में शामिल करने की कोशिश करेंगे और हो सकता है कि इन्हां चों कुछ साडे नाल वॉलंटियर भी करन, साडे यंगस्टर्स दे नाल कुछ काम करन दा मौका ये लोग आपे ही चुकन और यस समाज एक बेटर प्लेस बनता है ਜਦੋਂ समाज ਵਿੱਚ ਰਹਿੰਦੇ ਹੋਏ ਸਾਰੇ ਲੋਕ ਇਸ ਚੀਜ਼ ਨੂੰ ਮਹਿਸੂਸ ਕਰਦੇ ਹਨ ਕਿ ਕੋਈ ਅਲੱਗ ਥਲੱਗ ਨਹੀਂ ਹੈ ਔਰ ਸਾਰੇ ਅਸੀਂ ਸਮਾਜ ਵਿੱਚ ਇਕੱਠੇ ਹਾਂ। ਹਾਂਜੀ ਮੈਮ, ਇੱਥੋਂ ਦੇ ਬਿਲਕੁਲ ਮੈਸੇਜ ਵੀ ਜ਼ਰੂਰ ਜਾਂਦਾ ਹੈ ਸਮਾਜ ਦੇ ਵਾਸਤੇ ਕਿ ਇਹ ਬੱਚੇ ਚਲੋ ਸਪੈਸ਼ਲ ਹੈ ਬਟ ਰੱਬ ਦੇ ਵੱਲੋਂ ਕੁਝ ਨਾ ਕੁਝ ਟੈਲੈਂਟ ਇਹਨਾਂ ਦੇ ਵਿੱਚ ਵੀ ਹੈ। ਮੇਰਾ ਇਹ ਮੰਨਣਾ ਹੈ ਇਨਸਾਨ ਕੋਈ ਵੀ ਜੋ ਧਰਤੀ ਤੇ ਪੈਦਾ ਹੁੰਦਾ ਹੈ ਉਹਦੇ ਅੰਦਰ ਖੂਬੀਆਂ ਹੁੰਦੀਆਂ ਹਨ। ਹਾਲਾਤਾਂ ਦੇ ਕਾਰਨ ਕਈ ਵਾਰੀ ਅਸੀਂ ਉਹਨਾਂ ਖੂਬੀਆਂ ਨੂੰ ਉਭਾਰ ਨਹੀਂ ਪਾਉਂਦੇ। ਕੋਈ ਇਨਸਾਨ ਮਾੜਾ ਨਹੀਂ ਹੁੰਦਾ, ਜਸਟ ਕਿ ਡਿਸੇਬਿਲਿਟੀ ਹੈ ਇਸ ਕਰਕੇ ਡਿਸੇਬਿਲਿਟੀ ਇੱਕ ਨੈਗੇਟਿਵ ਚੀਜ਼ ਬਣ ਗਈ, ਇੱਕ ਇਹੋ ਜਿਹੀ ਚੀਜ਼ ਹੈ ਕਿ ਉਹ ਆਟੋਮੈਟਿਕਲੀ ਇੱਕ ਇਨਸਾਨ ਨੂੰ ਵਿਚਾਰਾ ਬਣਾ ਦਿੰਦੀ ਹੈ, ਨਾਕਾਬਿਲ ਬਣਾ ਦਿੰਦੀ ਹੈ, ਨਕਾਰਾ ਬਣਾ ਦਿੰਦੀ ਹੈ। ਇਹ ਨਹੀਂ ਹੈ ਔਰ ਮੈਂ ਇਨਫੈਕਟ ਪਰਮਜੀਤ ਜੀ ਸਪੈਸ਼ਲ ਬੱਚੇ ਕਦੇ ਯੂਜ਼ ਨਹੀਂ ਕਰਨਾ ਚਾਹੁੰਦੀਆਂ
ਕਿਉਂਕਿ ਸਪੈਸ਼ਲ ਕੁਝ ਨਹੀਂ ਹੈ। ਜਦੋਂ ਤੁਸੀਂ ਸਪੈਸ਼ਲ ਇਸਤੇਮਾਲ ਕਰਦੇ ਹੋ ਤਾਂ ਉਹ ਵੀ ਆਪਣੇ ਆਪ ਵਿੱਚ ਇੱਕ ਅਲੱਗ ਚੀਜ਼ ਹੋ ਜਾਂਦੀ ਹੈ, ਕਿਉਂਕਿ ਇੱਕ ਰੂਟੀਨ ਹੈ, ਟਿਪੀਕਲ ਹੈ, ਇੱਕ ਸਪੈਸ਼ਲ ਹੈ। ਆਪਾਂ ਖੀਰ ਰੋਜ਼ ਨਹੀਂ ਬਣਾਉਂਦੇ ਹਾਂ, ਕਦੇ ਕਦੇ ਬਣਾਉਂਦੇ ਹਾਂ ਕਿਉਂਕਿ ਖੀਰ ਸਪੈਸ਼ਲ ਹੈ ਨਾ। ਪਰ ਸਪੈਸ਼ਲ ਫਿਰ ਇੱਕ ਸਾਡੇ ਬ੍ਰੇਨ ਵਿੱਚ ਆਟੋਮੈਟਿਕਲੀ ਇੱਕ ਵੱਖਰੀ ਸਪੇਸ ਆਕਿਊਪਾਈ ਕਰਦਾ ਹੈ ਕਿ ਇੱਕ ਕਦੇ ਕਦੇ ਕਰਨ ਵਾਲੀ ਚੀਜ਼ ਹੈ, ਇਹ ਅਲੱਗ ਹੈ, ਇਹਦੇ ਕੈਰੈਕਟਰਿਸਟਿਕਸ ਅਲੱਗ ਹਨ। ਇਸੀ ਤਰ੍ਹਾਂ ਸਪੈਸ਼ਲ ਨੀਡਸ ਕਹਿ ਕੇ ਇੱਕ ਡਿਫਰੈਂਸੀਏਸ਼ਨ ਜ਼ਰੂਰ ਆ ਜਾਂਦਾ ਹੈ। ਬਹੁਤ ਲੋਕ ਮੇਰੇ ਨਾਲ ਸਹਿਮਤ ਹੋਣਗੇ, ਬਹੁਤ ਨਹੀਂ ਵੀ ਸਹਿਮਤ ਹੋਣਗੇ। ਪਰਮਜੀਤ ਜੀ, ਸ਼ਾਇਦ ਤੁਸੀਂ ਇੱਕ ਐਕਸਪਰਟ ਹੈਗੇ ਹੋ, ਤੁਸੀਂ ਇਹ ਕੰਮ ਜੋ ਤੁਹਾਡਾ ਕਰ ਰਹੇ ਹੋ ਸਕਦਾ ਹੈ ਕਿ ਮੈਂ ਕਦੇ ਵੀ ਇਸ ਤਰ੍ਹਾਂ ਕਿਸੇ ਦੇ ਨਾਲ ਇੰਟਰਵਿਊ ਨਾ ਕਰ ਪਾਵਾਂ। ਅਗਰ ਮੈਂ ਇਹ ਕਰਨਾ ਚਾਹਾਂ ਤਾਂ ਮੈਨੂੰ ਇੱਕ ਸਪੈਸ਼ਲ ਟ੍ਰੇਨਿੰਗ ਹੋ ਸਕਦਾ ਹੈ ਲੈਣੀ ਪਏ, ਸੋ ਦੈਟ ਮੇਕਸ ਮੀ ਸਪੈਸ਼ਲ। ਸੋ ਇਸੀ ਤਰ੍ਹਾਂ ਮੇਰੇ ਦਿਮਾਗ ਵਿੱਚ ਸਪੈਸ਼ਲ ਕੁਛ ਨਹੀਂ ਹੈ। ਉਹਨਾਂ ਪੜ੍ਹਾਉਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ, ਸਿਖਾਉਣ ਦਾ ਤਰੀਕਾ ਕੁਝ ਅਲੱਗ ਹੋ ਸਕਦਾ ਹੈ, ਲੇਕਿਨ ਇਹ ਸਭ ਕੁਝ ਸਮਾਜ ਵਿੱਚ ਬਾਕੀ ਲੋਕਾਂ 'ਤੇ ਵੀ ਅਪਲਾਈ ਕਰਦਾ ਹੈ। ਮੈਂ ਜ਼ਿਆਦਾ ਕੰਫਰਟੇਬਲ ਹਾਂ ਇਹ ਵਰਡ ਯੂਜ਼ ਕਰਕੇ ਕਿ ਠੀਕ ਹੈ, ਡਿਸੇਬਿਲਿਟੀ ਹੈ, ਇੱਕ ਕੰਡੀਸ਼ਨ ਹੈ, ਔਰ ਡਿਸੇਬਿਲਿਟੀ ਇਨਸਾਨ ਦੇ ਅੰਦਰ ਦੀ ਇੰਪੇਅਰਮੈਂਟ ਨਹੀਂ ਡਿਫਾਈ ਕਰਦੀ ਹੈ। ਹੋ ਸਕਦਾ ਹੈ ਮੈਨੂੰ ਸੁਣਨ ਵਿੱਚ ਪ੍ਰੋਬਲਮ ਹੈ, ਪਰ ਅਗਰ ਮੈਂ ਹੀਅਰਿੰਗ ਏਡ ਲਗਾ ਲੈਂਦੀ ਹਾਂ ਤਾਂ ਮੈਂ ਬਾਕੀਆਂ ਨਾਲ ਕਮਿਊਨੀਕੇਟ ਕਰ ਸਕਦੀ ਹਾਂ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਗਰ ਡਿਸੇਬਿਲਿਟੀ ਹੈਗੀ ਤਾਂ ਵੀ ਸ਼ੁਡ ਐਕਸੈਪਟ ਇਟ। ਇਟ ਇਜ਼ ਅ ਪਾਰਟ ਆਫ ਅਸ। ਕਿਸੇ ਨੂੰ ਡਾਇਬੀਟੀਜ਼ ਹੈ ਔਰ ਉਹਨੂੰ ਟੀਕਾ ਲਾਣਾ ਪੈਂਦਾ ਹੈ ਜਾਂ ਉਹਨੂੰ ਖਾਣ ਪੀਣ ਦਾ ਧਿਆਨ ਰੱਖਣਾ ਪੈਂਦਾ ਹੈ, ਅਸੀਂ ਉਹਨੂੰ ਅਲੱਗ ਥਲੱਗ ਤਾਂ ਨਹੀਂ ਕਰ ਦਿੰਦੇ ਨਾ। ਅਸੀਂ ਇਹ ਨਹੀਂ ਕਹਿੰਦੇ ਕਿ ਸਪੈਸ਼ਲ ਨੀਡਸ ਹੋ ਗਈਆਂ ਉਹਦੀਆਂ। ਅਸੀਂ ਇਹ ਕਹਿੰਦੇ ਹਾਂ ਕਿ ਖਾਣ ਪੀਣ 'ਚ ਧਿਆਨ ਰੱਖਣਾ ਪਏਗਾ, ਮਿੱਠਾ ਘੱਟ ਕਰਨਾ ਹੈ, ਪਰਿਵਾਰ ਨੂੰ ਖਾਣਾ ਇਸ ਤਰ੍ਹਾਂ ਬਣਾਉਣਾ ਪਏਗਾ। ਸ਼ਾਇਦ ਅੱਜ ਤੁਹਾਡੇ ਰਾਹੀਂ ਅਗਰ ਹੋਰ ਕੁਝ ਵੀ ਨਾ ਕਹਿ ਪਾਵਾਂ ਤਾਂ ਇਹੀ ਕਨਸੈਪਟ ਸਮਝਾ ਦਿਆਂ ਕਿ ਸਭ ਕੁਝ ਇੱਕ ਬਰਾਬਰ ਹੈ, ਹਰ ਇੱਕ ਦੀ ਲੋੜ ਵੱਖਰੀ ਹੋ ਸਕਦੀ ਹੈ, ਤਰੀਕੇ ਵੱਖਰੇ ਹੋ ਸਕਦੇ ਹਨ, ਪਰ ਆਲ ਸੈਡ ਐਂਡ ਡਨ ਸਮਾਜ ਵਿੱਚ ਹਰ ਇਨਸਾਨ ਨੂੰ ਜਗ੍ਹਾ ਮਿਲਣ ਦੀ ਲੋੜ ਹੈ। ਔਰ ਸਮਾਜ ਇਤਨਾ ਕਾਬਿਲ ਹੈ, ਇਤਨਾ ਸਟਰੋਂਗ ਹੈ, ਇਤਨੀ ਸਪੇਸ ਹੈ ਸਾਡੇ ਸੋਸਾਇਟੀ ਵਿੱਚ ਕਿ ਅਸੀਂ ਸਾਰਿਆਂ ਨੂੰ ਨਾਲ ਮਿਲਾ ਕੇ ਚੱਲ ਸਕਦੇ ਹਾਂ। ਮੈਮ ਅੱਜ ਦੇਖਦੇ ਹਾਂ ਕਿ ਯੂਥ ਵੀ ਕਾਫੀ ਪਹੁੰਚਿਆ, ਜਿਹੜੇ ਯੰਗਸਟਰਸ ਨੇ ਕਾਫੀ ਪਹੁੰਚੇ ਨੇ ਔਰ ਬੱਚਿਆਂ ਨੂੰ ਐਨਕਰੇਜ ਕਰਨ ਦੇ ਲਈ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨ ਦੇ ਲਈ ਐਕਟੀਵਿਟੀਜ਼ ਕਰਨਗੇ ਇੱਥੇ, ਤਾਂ ਕਾਫੀ ਅੱਛਾ ਇੱਕ ਸਮਾਜ ਨੂੰ ਕਾਫੀ ਅੱਛਾ ਮੈਸੇਜ ਆਏਗਾ। ਐਬਸੋਲਿਊਟਲੀ। ਔਰ ਮੋਰ ਦੈਨ ਦੈਟ, ਮੈਂ ਜੋ ਇਹਨਾਂ ਦੀ ਨਿਗਾਹਾਂ ਵਿੱਚ ਦੇਖ ਰਹੀ ਸੀ, ਜੋ ਅੱਜ ਮੈਂ ਇਹਨਾਂ ਨਾਲ ਇੰਟਰੈਕਸ਼ਨ ਕਰ ਰਹੀ ਸੀਗੀ, ਸਾਡੇ ਸਾਰਿਆਂ ਦਾ ਇੱਕ ਮਾਈਂਡਸੈਟ ਬਣਿਆ ਹੋਇਆ ਹੁੰਦਾ ਹੈ ਔਰ ਉਸ ਮਾਈਂਡਸੈਟ ਦੇ ਅਨੁਰੂਪ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ। ਇਹ ਲੋਕ ਵੀ ਜਦੋਂ ਇੱਥੇ ਆਏ, ਸ਼ਾਇਦ ਇਹਨਾਂ ਦਾ ਮਾਈਂਡਸੈਟ ਆਹੀ ਹੋਏਗਾ ਕਿ ਸਪੈਸ਼ਲ ਨੀਡਸ, ਡਿਸੇਬਿਲਿਟੀ, ਵਿਚਾਰੇ, ਰੋਣਾ, ਉਦਾਸੀ, ਔਰ ਅੱਜ ਸ਼ਾਇਦ ਜਦੋਂ ਇੱਥੋਂ ਜਾਣਗੇ ਤਾਂ ਇਹ ਸਨੇਹਾ, ਇੱਕ ਯਾਦ, ਇੱਕ ਮੈਮਰੀ ਲੈ ਕੇ ਜਾਣਗੇ। ਸਾਡੀ ਤਰ੍ਹਾਂ ਹੀ ਗੱਲ ਕਰਦੇ ਨੇ, ਸਾਡੇ ਤਰ੍ਹਾਂ ਹੀ ਬੋਲਦੇ ਨੇ, ਸਾਡੇ ਤਰ੍ਹਾਂ ਹੀ ਚਲਦੇ ਫਿਰਦੇ ਹਨ। ਕੋਈ ਪੜ੍ਹਿਆ ਹੈ, ਕੋਈ ਨਹੀਂ ਪੜ੍ਹਿਆ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਉਹ ਅਗਰ ਹੈਂਡੀਕ੍ਰਾਫਟ ਬਣਾ ਰਹੇ ਨੇ ਤਾਂ ਇਹ ਹੈਂਡੀਕ੍ਰਾਫਟ ਮੈਂ ਨਹੀਂ ਬਣਾ ਸਕਦਾ, ਉਹਨਾਂ ਨੂੰ ਆਉਂਦਾ ਹੈ ਬਣਾਉਣਾ। ਤਾਂ ਔਰ ਇਹ ਇੱਕ ਬਹੁਤ ਪਾਵਰਫੁਲ ਚੇਂਜ ਹੈ ਉਹਨਾਂ ਦੀ ਸੋਚ 'ਚ। ਔਰ ਸ਼ਾਇਦ ਐਟ ਦੀ ਐਂਡ ਆਫ ਦ ਡੇ ਆਲ ਸੈਡ ਐਂਡ ਡਨ ਇਹ ਵੀ ਅਪਰੀਸ਼ੀਏਟ ਕਰਨਗੇ ਕਿ ਸਾਨੂੰ ਜੋ ਮੌਕੇ ਮਿਲੇ ਹਨ, ਅਸੀਂ ਜੋ ਅਸੀਂ ਇਸ ਕੁਝ ਕਰ ਰਹੇ ਹਾਂ, ਤਾਂ ਉਹਦੇ ਵਾਸਤੇ ਸਾਨੂੰ ਥੈਂਕਫੁਲ ਹੋਣਾ ਚਾਹੀਦਾ ਹੈ। ਮੈਮ ਅਖੀਰ ਦੇ ਵਿੱਚ ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਦੇ ਲਈ? ਪਰਮਜੀਤ ਜੀ, ਸਾਡੀ ਇੱਕ ਆਰਗੇਨਾਈਜੇਸ਼ਨ ਹੈ ਔਰ ਸਾਡੀ ਆਰਗੇਨਾਈਜੇਸ਼ਨ 22 ਸਾਲਾਂ ਤੋਂ ਕੰਮ ਕਰ ਰਹੀ ਹੈ। ਮੈਨੂੰ ਰੀਸੈਂਟਲੀ ਕਿਸੇ ਨੇ ਕਿਹਾ ਸੀਗਾ ਤੁਹਾਡੇ ਬਾਰੇ ਕੋਈ ਨਹੀਂ ਜਾਣਦਾ। ਸ਼ਾਇਦ ਇਸ ਕਰਕੇ ਨਹੀਂ ਜਾਣਦਾ ਕਿਉਂਕਿ ਡਿਸੇਬਿਲਿਟੀ ਸੈਕਟਰ ਹੀ ਇਹੋ ਜਿਹਾ ਹੈ ਜਿੱਥੇ ਲੋਕ ਪੈਸਾ ਨਹੀਂ ਲਗਾਉਣਾ ਚਾਹੁੰਦੇ, ਟਾਈਮ ਨਹੀਂ ਬਹੁਤ ਲੋਕ ਆ ਕੇ ਕਰਨਾ ਚਾਹੁੰਦੇ। ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਆ ਆਲਰੇਡੀ ਇੱਕ ਵੇਸਟਡ ਐਫਰਟ ਹੈ। ਮੈਂ ਸਮਾਜ ਨੂੰ ਇਹ ਕਹਿਣਾ ਚਾਹਾਂਗੀ, ਜਗ੍ਹਾ ਬਣਾਓ ਦਿਲਾਂ ਵਿੱਚ, ਸਮਾਜ ਵਿੱਚ। ਸਾਡੇ ਵਰਗੀਆਂ ਸੰਸਥਾਵਾਂ ਬਹੁਤ ਹਨ, ਤੁਹਾਡਾ ਸਮਾਂ, ਤੁਹਾਡਾ ਪਿਆਰ, ਹੋ ਸਕਦਾ ਹੈ ਫੰਡਿੰਗ ਵੀ ਲੋੜ ਹੋਏ, ਬਟ ਇੱਕ ਮੌਕਾ ਦੇਖੋ ਕੁਝ ਅੱਛਾ ਕਰਨ ਦਾ। ਔਰ ਉਹ ਅੱਛਾ ਇਹੀ ਹੋ ਸਕਦਾ ਹੈ ਕਿਸੇ ਨੂੰ ਆਪਣੇ ਦਿਲ ਵਿੱਚ ਆਪਣੇ ਬਰਾਬਰ ਦੀ ਜਗ੍ਹਾ ਦਿਓ। ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਇੰਨੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ। ਸੋ ਐਸਸੀਡੀ ਗਵਰਨਮੈਂਟ ਕਾਲਜ ਦੇ ਐਨਐਸਐਸ ਕੋਆਰਡੀਨੇਟਰ ਮਿਸਿਸ ਗੀਤਾਂਜਲੀ ਮੈਮ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਹੈਲੋ ਜੀ। ਮੈਮ ਸਿਟੀ ਨੀਡਸ ਦੇ ਵੱਲੋਂ ਅੱਜ ਡਿਸੇਬਲ ਬੱਚਿਆਂ ਦੇ ਲਈ ਸਪੈਸ਼ਲ ਜਿਹੜਾ ਕਿ ਇਵੈਂਟ ਆਰਗੇਨਾਈਜ਼ ਕੀਤਾ ਗਿਆ, ਕੀ ਕਹਿਣਾ ਮੈਮ ਤੁਹਾਡੇ ਇਹਦੇ ਬਾਰੇ?
ਵੀ ਆਰ ਵੈਰੀ ਹੈਪੀ ਟੂ ਐਸੋਸੀਏਟ ਵਿਦ ਸਿਟੀ ਨੀਡਸ ਦੇ ਜਿਹੜਾ ਇਵੈਂਟ ਇੱਥੇ ਕੀਤਾ ਹੈ, ਕਿਉਂਕਿ ਇੰਟਰਨੈਸ਼ਨਲ ਹੈਪੀਨੈਸ ਵੀਕ ਮਨਾਇਆ ਜਾ ਰਿਹਾ ਹੈ ਤੇ ਅਸੀਂ ਵੀ ਐਨਐਸਐਸ ਯੂਨਿਟ ਵੱਲੋਂ ਸਾਡੇ ਸਟੂਡੈਂਟਸ ਇੱਥੇ ਆਏ ਨੇ, ਉਹਨਾਂ ਨੇ ਬੱਚਿਆਂ ਦੇ ਨਾਲ, ਡਿਸੇਬਲਡ ਬੱਚਿਆਂ ਦੇ ਨਾਲ ਪੇਂਟਿੰਗ ਕੀਤੀ ਹੈ, ਥੋੜੀ ਸੌਂਗਸ ਗਾਏ ਨੇ, ਖੁਸ਼ੀਆਂ ਵੰਡਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਐਨਐਸਐਸ ਦਾ ਮੋਟੋ ਹਮੇਸ਼ਾ ਤੋਂ ਰਿਹਾ ਨਾਟ ਮੀ ਬਟ ਯੂ, ਠੀਕ ਹੈ, ਤੇ ਅਸੀਂ ਸਾਰੇ ਇਹ ਮੰਨਦੇ ਆ ਕਿ ਲੈਟਸ ਬੀ ਦ ਚੇਂਜ ਵੀ ਵਾਂਟ ਟੂ ਸੀ। ਜੇ ਅਸੀਂ ਅੱਜ ਇੱਕ ਕਦਮ ਉਠਾਵਾਂਗੇ ਤਾਂ ਹੀ ਕੁਝ ਵੱਡਾ ਅੱਗੇ ਸਾਡੇ ਸਾਹਮਣੇ ਆਏਗਾ। ਔਰ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਬੱਚੇ ਸਿਟੀ ਨੀਡਸ ਦੇ ਨਾਲ ਅੱਜ ਹੀ ਨਹੀਂ 2 ਦਿਨ ਪਹਿਲੇ ਵੀ ਗਏ ਨੇ ਔਰ ਕੱਲ ਵੀ ਉਹਨਾਂ ਨੇ ਜਾਣਾ ਹੈਗਾ, ਤੇ ਇਸ ਤਰ੍ਹਾਂ ਬੱਚੇ ਜਿਹੜਾ ਯੂਥ ਹੈ ਜਦੋਂ ਉਹ ਸਮਾਜ ਨਾਲ ਜੁੜੇਗਾ ਉਦੋਂ ਹੀ ਅਸੀਂ ਬਦਲਾਵ ਲਿਆ ਪਾਵਾਂਗੇ। ਸੋ ਮੈਮ ਸਮਾਜ ਦੇ ਲਈ ਕੀ ਇੱਕ ਮੈਸੇਜ, ਕਿਉਂਕਿ ਸਮਾਜ ਜੋ ਇਸ ਤਰ੍ਹਾਂ ਦੇ ਵਰਕ ਦੇ ਮਤਲਬ ਕਿ ਆਪਾਂ ਕਹਿ ਲਈਏ ਕਿ ਡਿਸੇਬਲ ਜਿਹੜੇ ਕਿ ਬੱਚੇ ਹੁੰਦੇ ਨੇ, ਲੋਕ ਹੁੰਦੇ ਨੇ, ਇੱਕ ਅਲੱਗ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ, ਤਾਂ ਉਹਨਾਂ ਦੇ ਲਈ ਕੀ ਮੈਸੇਜ ਹੈ? ਦੇਖੋ, ਜਿੱਦਾਂ ਅਸੀਂ ਯੂਥ ਨੂੰ ਅੱਜ ਇੱਥੇ ਲੈ ਕੇ ਆਏ ਹਾਂ, ਜਦੋਂ ਯੂਥ ਇਹਨਾਂ ਨਾਲ ਇੰਟਰੈਕਟ ਕਰੇਗਾ ਤਾਂ ਉਹਦੇ ਵਿੱਚ ਇੱਕ ਸੇਵਾ ਭਾਵ ਆਏਗਾ। ਉਹ ਵੀ ਸਮਾਜ ਦਾ ਇੱਕ ਬਹੁਤ ਅਭਿੰਨ ਅੰਗ ਨੇ। ਅਸੀਂ ਸਾਡੇ ਹੀ ਘਰਾਂ ਦੇ ਬੱਚੇ ਨੇ, ਕੋਈ ਬਾਹਰੋਂ ਤਾਂ ਆਏ ਨਹੀਂ ਹੋਏ, ਤੇ ਅਸੀਂ ਉਹਨਾਂ ਨੂੰ ਆਪਣੇ ਵਰਗਾ ਹੀ ਸਮਝ ਕੇ ਉਹਨਾਂ ਦੇ ਨਾਲ ਜਦੋਂ ਵਰਤਾਂਗੇ, ਉਹਨਾਂ ਦੇ ਨਾਲ ਖੁਸ਼ੀਆਂ ਵੰਡਾਂਗੇ ਤੇ ਸਾਡੀਆਂ ਖੁਸ਼ੀਆਂ ਵੀ ਵਧਣਗੀਆਂ। ਔਰ ਇੰਡੀਆ ਦੇ ਵਿੱਚ ਜਿਹੜਾ ਯੂਥ ਹੈ, ਸਪੈਸ਼ਲੀ ਪੰਜਾਬ ਦੇ ਵਿੱਚ ਜਿੱਦਾਂ ਨਸ਼ਿਆਂ ਦੀ ਪ੍ਰੋਬਲਮ ਹੈ, ਸਾਨੂੰ ਇਹਨਾਂ ਨੂੰ ਇੱਕ ਪਰਪਸ ਤੇ ਲਾਣਾ ਹੈ, ਤੇ ਉਹ ਪਰਪਸ ਹੈ ਸੋਸ਼ਲ ਸਰਵਿਸ ਦਾ। ਜਦੋਂ ਇਹਨਾਂ ਨੂੰ ਇਹ ਵਾਲੀ ਕਿੱਕ ਮਿਲਣ ਸ਼ੁਰੂ ਹੋ ਜਾਏਗੀ ਨਾ ਤੇ ਨਸ਼ੇ ਵੀ ਛੱਡ ਦੇਣਗੇ। ਤੇ ਇਹੀ ਮੇਰਾ ਵੀ ਪਰਪਸ ਹੈ ਐਨਐਸਐਸ ਕੋਆਰਡੀਨੇਟਰ ਹੋ ਕੇ। ਮੈਂ ਇਹੀ ਚਾਹੁੰਦੀ ਹਾਂ ਕਿ ਸਾਰੇ ਯੂਥ ਨੂੰ ਮੈਂ ਚੰਗੇ ਕੰਮ ਵੱਲ ਲਗਾ ਸਕਾਂ ਤਾਂ ਕਿ ਉਹ ਕੁਰੀਤੀਆਂ ਤੋਂ ਦੂਰ ਹਟ ਸਕਣ। ਥੈਂਕ ਯੂ। ਸ਼ੁਕਰੀਆ ਮੈਮ। ਸੋ ਅੱਜ ਆਸ਼ੀਰਵਾਦ ਦੇ ਵਿੱਚ ਵੱਖ-ਵੱਖ ਐਨਜੀਓਜ਼ ਵੀ ਇੱਥੇ ਪਹੁੰਚੇ ਨੇ, ਤਾਂ ਇਨਰ ਵੀਲਸ ਦੇ ਵੀ ਐਨਜੀਓ ਇੱਥੇ ਪਹੁੰਚੇ ਨੇ। ਮੈਮ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਅੱਜ ਜਿਹੜਾ ਕਿ ਇੱਥੇ ਇਵੈਂਟ ਆਰਗੇਨਾਈਜ਼ ਕੀਤਾ ਗਿਆ ਇਹਨਾਂ ਡਿਸੇਬਲ ਬੱਚਿਆਂ ਦੇ ਲਈ, ਤੇ ਤੁਸੀਂ ਵੀ ਇੱਧਰ ਪਹੁੰਚੇ ਹੋ, ਵੱਖ-ਵੱਖ ਐਨਜੀਓਜ਼ ਨਾਲ ਜੁੜ ਕੇ ਇੱਕ ਪਲੇਟਫਾਰਮ ਮਿਲ ਰਿਹਾ ਔਰ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਵੀ ਜਿਹੜੇ ਕਿ ਵੱਖ-ਵੱਖ ਐਨਜੀਓਜ਼ ਨੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਆ ਕੇ ਟਾਈਮ ਸਪੈਂਡ ਕਰਦੇ ਨੇ, ਇਹਨਾਂ ਦੇ ਨਾਲ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। तो मैम की कहना है बारे? देखिए, ये वर्ल्ड इंटरनेशनल हैप्पीनेस वीक चल रहा है। सो खुशी तो हमारा एक हक है और हमारा जीने का पर्पस भी मुझे लगता है हैप्पीनेस ही है। तो हैप्पीनेस हम खुद में और स्प्रेड भी करें हम हैप्पीनेस, यही हमारा पर्पस है। इन स्पेशल बच्चों को भी खुश होने का हक है। सो हम एक नए तरीके से इनके साथ एक ये वीक को सेलिब्रेट कर रहे हैं। सिटी नीड्स ने इसको ऑर्गेनाइज़ किया और हमने इसका साथ दिया है। ਸੋ ਮੈਮ, ਕਈ ਕਾਲਜਸ ਵੀ ਇੱਥੇ ਪਹੁੰਚੇ ਨੇ ਔਰ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ, ਯੂਥ ਪਹੁੰਚਿਆ, ਯੰਗਸਟਰਸ ਕਾਫੀ ਪਹੁੰਚੇ ਨੇ ਇੱਥੇ, ਤੇ ਉਹਨਾਂ ਦੇ ਨਾਲ ਵੀ ਆਪਣੇ ਇਹਨਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਨੇ, ਐਕਟੀਵਿਟੀਜ਼ ਕਰ ਰਹੇ, ਤੇ ਕਾਫੀ ਅੱਛਾ ਲੱਗ ਰਿਹਾ है। तो ਕੀ कहना मैम ਇਹਦੇ ਬਾਰੇ? किसी के चेहरे पे हम खुशी ला सकें, सो उससे ज़्यादा खुशी हमें और क्या मिल सकती है। सो हम भी बहुत खुश हैं उनकी खुशी में। और मैम लास्ट में ਲੋਕਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸਮਾਜ ਦੇ ਲਈ? समाज के लिए एक मैसेज यही है कि आए इन स्पेशल बच्चों के साथ भी, या समाज के जो अंडर प्रिविलेज्ड पीपल हैं उनके साथ भी हम अपनी खुशी को किसी भी तरह से एक सेवा भाव के तरीके से हम इसको स्प्रेड करें। ਸੋ ਇਸ ਇਵੈਂਟ ਦੇ ਵਿੱਚ ਕਾਫੀ ਯੰਗਸਟਰਸ ਵੀ ਇੱਥੇ ਪਹੁੰਚੇ ਨੇ, ਇਹਨਾਂ ਬੱਚੇ ਦੇ ਨਾਲ ਟਾਈਮ ਸਪੈਂਡ ਕਰਨ ਦੇ ਲਈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਮਨ ਹੈ। ਸੋ ਤੁਸੀਂ ਇੱਥੇ ਪਹੁੰਚੇ ਹੋ, ਬੱਚੇ ਦੇ ਨਾਲ ਟਾਈਮ ਸਪੈਂਡ ਕਰ ਰਹੇ ਹੋ, ਐਕਟੀਵਿਟੀਜ਼ ਕਰ ਰਹੇ ਹੋ, ਕਾਫੀ ਅੱਛਾ ਲੱਗ ਰਿਹਾ, ਡਾਂਸ ਵਗੈਰਾ ਕਰ ਰਹੇ ਹੋ, ਕਿਵੇਂ ਦਾ ਲੱਗ ਰਿਹਾ? ਮੈਮ, ਸੱਚ ਦੱਸਾਂ ਤਾਂ ਮੇਰੀ ਕੋਈ ਖੁਸ਼ੀ ਦਾ ਟਿਕਾਣਾ ਹੈ ਨਹੀਂ। ਅੱਜ ਅਸੀਂ ਇਹ ਬੱਚਿਆਂ ਨਾਲ ਮਿਲਣ ਆਏ ਆ ਤਾਂ ਇੱਕ ਅੰਦਰ ਅਲੱਗ ਹੀ ਜੋਸ਼ ਭਰ ਗਿਆ ਸਾਡੇ ਅੰਦਰ। ਅਕਸਰ ਦੇਖਿਆ ਜਾਂਦਾ ਕਿ ਯੂਥ ਬਹੁਤ ਐਕਟਿਵ ਰਹਿੰਦੇ, ਸੋਸ਼ਲ ਮੀਡੀਆ ਤੇ ਪੋਸਟ ਵਗੈਰਾ ਸ਼ੇਅਰ ਕਰਦੇ ਰਹਿੰਦੇ ਆ, ਬਟ ਜ਼ਮੀਨ ਤੇ ਆ ਕੇ ਤੇ ਗਰਾਊਂਡ ਲੈਵਲ ਤੇ ਵਰਕ ਘੱਟ ਕਰਦੇ ਆ। ਭਾਵੇਂ ਟਾਈਮ ਦੀ ਘਾਟ ਹੋਵੇ, ਭਾਵੇਂ ਜੋ ਮਰਜ਼ੀ ਹੋਵੇ, ਬਟ ਇੱਕ ਮਹੀਨੇ ਵਿੱਚ ਭਾਵੇਂ ਇੱਕ ਵਾਰੀ ਆਓ, ਬਟ ਇੱਥੇ ਆਉਣਾ ਜ਼ਰੂਰ ਚਾਹੀਦਾ ਵਾ। ਆਪਣੀ ਨਾਰਮਲੀ ਲੋਕਾਂ ਦੀ ਧਾਰਨਾ ਹੁੰਦੀ ਕਿ ਸਪੈਸ਼ਲ ਬੱਚਿਆਂ ਨੂੰ ਦੇਖਦੇ ਆ ਤੇ ਇੱਕ ਤਰਸ ਦਾ ਮਤਲਬ ਆਪਣਾ ਉਹਨਾਂ ਦੇ ਤਰਫ ਨਜ਼ਰੀਆ ਹੁੰਦਾ ਹੈ, ਬਟ ਆਪਾਂ ਨੂੰ ਨਜ਼ਰੀਆ ਚੇਂਜ ਕਰਨ ਦੀ ਰਿਕੁਆਇਰਮੈਂਟ ਹੈ, ਨਾਰਮਲਾਈਜ਼ ਕਰਨ ਦੀ ਰਿਕੁਆਇਰਮੈਂਟ। ਅੱਜ ਸਾਨੂੰ ਮੈਮ ਵੀ ਦੱਸ ਰਹੇ ਸੀ ਕਿ ਆਪਾਂ ਬੱਚਿਆਂ ਨਾਲ ਨਾਰਮਲਾਈਜ਼ ਤਰੀਕੇ ਨਾਲ ਗੱਲ ਕਰਾਂਗੇ, ਐਕਸਪੈਕਟੇਸ਼ਨ ਰੱਖਾਂਗੇ, ਹੋਪ ਰੱਖਾਂਗੇ ਤਾਂ ਉਹ ਬਹੁਤ ਕੁਝ ਕਰ ਸਕਦੇ ਹਾਂ। ਜਿਵੇਂ ਅਸੀਂ ਅੱਖੀ ਦੇਖਿਆ ਨਾ, ਡਾਂਸ ਕੀਤਾ ਬੱਚਿਆਂ ਨੇ, ਸਟਿਚਿੰਗ ਕਰ ਰਹੇ ਆ, ਡਰਾਇੰਗ ਕਰ ਰਹੇ ਆ, ਤੇ ਸਾਨੂੰ ਬਿਲਕੁਲ ਵੀ ਨਹੀਂ ਲੱਗਿਆ ਕਿ ਉਹ ਕੋਈ ਡਿਸੇਬਲਡ ਬੱਚੇ ਆ। ਇਨਸਟੇਡ ਵੀ ਸ਼ੁੱਡ ਬੀ ਸੇਇੰਗ them ਸਪੈਸ਼ਲ ਚਾਈਲਡ ਆ ਉਹ, ਕਿ ਉਹਨਾਂ ਵਿੱਚ ਸਪੈਸ਼ਲ ਕੁਝ ਚੀਜ਼ਾਂ ਹਨ ਕਿ ਹਰੇਕ ਬੰਦਾ ਡਿਫਰੈਂਟ ਹੁੰਦਾ ਤੇ ਡਿਫਰੈਂਟ ਇਹ ਬੱਚੇ ਨੇ। ਤੇ ਇਸ ਕਰਕੇ ਨਾਰਮਲਾਈਜ਼ ਕਰਨਾ ਚਾਹੀਦਾ ਬਿਹੇਵੀਅਰ, ਖੁਸ਼ੀਆਂ ਵੰਡਣੀਆਂ ਚਾਹੀਦੀਆਂ। ਹੈਪੀਨੈਸ ਵੀਕ ਮਨਾ ਰਹੇ ਸਿਟੀ ਨੀਡਸ ਨਾਲ ਐਸਟੀਡੀ ਗਵਰਨਮੈਂਟ ਕਾਲਜ ਦੇ ਬੱਚੇ ਆ ਅਸੀਂ, ਤੇ ਸਾਨੂੰ ਬਹੁਤ ਮਜ਼ਾ ਆਇਆ ਇੱਥੇ ਆ ਕੇ, ਤੇ ਅਸੀਂ ਅੱਗੇ ਵੀ ਆਉਂਦੇ ਰਵਾਂਗੇ। ਸੋ ਮਚ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਕਿਰਨ ਹੈ। ਸੋ ਇਹਨਾਂ ਬੱਚਿਆਂ ਨਾਲ ਐਕਟੀਵਿਟੀਜ਼ ਕਰਕੇ ਕਿਵੇਂ ਦਾ ਲੱਗਿਆ ਔਰ ਕੀ ਐਕਟੀਵਿਟੀਜ਼ ਕੀਤੀਆਂ ਨੇ? ਮੈਨੂੰ ਇਹ ਇਹਨਾਂ ਬੱਚਿਆਂ ਨਾਲ ਐਕਟੀਵਿਟੀਜ਼ ਕਰਕੇ ਬਹੁਤ ਖੁਸ਼ੀ ਹੋਈ। ਇੱਥੇ ਸਭ ਬੱਚਿਆਂ ਨੇ ਡਰਾਇੰਗਸ ਕੀਤੀਆਂ, ਡਾਂਸ ਕੀਤਾ, ਸਿੰਗਿੰਗ ਕੀਤੀ, ਬਹੁਤ ਜ਼ਿਆਦਾ ਐਕਟੀਵਿਟੀਜ਼ ਹੋਈਆਂ। ਹਰ ਬੱਚੇ ਨੇ ਈਵਨ ਪਾਰਟਿਸਿਪੇਟ ਕੀਤਾ ਇਹਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਬੱਚਾ ਡਿਸੇਬਲ ਹੁੰਦਾ ਆ। ਐਕਚੁਅਲੀ ਦੇਖਿਆ ਜਾਏ ਤਾਂ ਡਿਸੇਬਲ ਆਪਣੀ ਥਿੰਕਿੰਗ ਹੁੰਦੀ ਹੈ, ਬਿਕਾਜ਼ ਇੱਥੇ ਹਰ ਬੱਚਾ ਆਪਾਂ ਕਹਿੰਦੇ ਹਾਂ ਡਿਸੇਬਲ ਹੈ, ਬਟ ਦੇ ਡਿਸੇਬਲ ਨਹੀਂ ਹੈਗੇ। ਉਹਨਾਂ ਨੇ ਹਰ ਚੀਜ਼ ਵਿੱਚ ਪਾਰਟਿਸਿਪੇਟ ਕੀਤਾ, ਬਿਲਕੁਲ ਨਾਰਮਲਾਈਜ਼ ਹੋ ਕੇ। ਜਿਵੇਂ ਮੈਮ ਨੇ ਵੀ ਸਾਨੂੰ ਦੱਸਿਆ ਕਿ ਸਾਨੂੰ ਆਪਣੀ ਥਿੰਕਿੰਗ ਇੱਦਾਂ ਰੱਖਣੀ ਚਾਹੀਦੀ ਕਿ ਉਹ ਬੱਚਾ ਨਾਰਮਲ ਹੈ। ਥੈਂਕ ਯੂ ਸੋ ਮਚ। ਕੀ ਨਾਮ ਹੈ ਤੁਹਾਡਾ? मेरा नाम प्रीत सुरखाब है जी। तो
ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ ਯੂਥ ਹੈ ਕਾਫੀ ਨਸ਼ਿਆਂ ਵੱਲ ਵੀ ਜਾ ਰਿਹਾ, ਕੋਈ ਗਲਤ ਕੰਮਾਂ ਵਿੱਚ ਚਲੇ ਜਾਂਦੇ ਨੇ, ਤੇ ਅੱਜ ਤੁਸੀਂ ਵੀ ਯੂਥ ਹੋ ਅੱਜ ਦਾ ਭਵਿੱਖ, ਤੇ ਕੀ ਤੁਹਾਡਾ ਮੰਨਣਾ ਹੈ ਕਿ ਤੁਹਾਨੂੰ ਵੀ ਜਿਹੜਾ ਯੂਥ ਹੈ ਉਹਨੂੰ ਵੀ ਇਸ ਤਰ੍ਹਾਂ ਆ ਕੇ ਟਾਈਮ ਸਪੈਂਡ ਕਰਨਾ ਚਾਹੀਦਾ, ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਤਾਂ ਕਿ ਸਮਾਜ ਦੇ ਵੱਲ ਇੱਕ ਚੰਗਾ ਮੈਸੇਜ ਜਾਵੇ? ਹਾਂਜੀ ਬਿਲਕੁਲ ਜੀ, ਸਾਰੀ ਯੂਥ ਨੂੰ ਇੱਥੇ ਕਿਤਨਾ ਇੱਥੇ ਨਹੀਂ ਕਿਤੇ ਵੀ ਕੋਈ ਵੀ ਜਗ੍ਹਾ ਹੈਗੀ ਆ ਜਿੱਥੇ ਤੁਸੀਂ ਜਾ ਕੇ ਕਰ ਸਕਦੇ, ਇੱਦਾਂ ਕੋਈ ਸਿਚੁਏਸ਼ਨ ਮਿਲਦੀ ਆ, ਹਰੇਕ ਤਰ੍ਹਾਂ ਜਾ ਕੇ ਤੁਹਾਨੂੰ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਆ। ਖੁਦ ਨੂੰ ਵੀ ਤਸੱਲੀ ਹੁੰਦੀ ਹੈ, ਖੁਦ ਨੂੰ ਸਕੂਨ ਮਿਲਦਾ, ਤੇ ਆਪਾਂ ਕਿਸੇ ਦੀ ਹੈਲਪ ਵੀ ਕਰ ਸਕਦੇ ਹਾਂ। ਜਿਵੇਂ ਚੱਲ ਸੁਰਖਾਬ ਹੁਣ ਇਸ ਮਹੀਨੇ ਇਨਾਇਤ ਕਰਦੇ ਹਾਂ, ਖੁਦ ਦੇ ਬਾਰੇ ਖੁਦ ਨੂੰ ਕੋਈ ਸ਼ਿਕਾਇਤ ਕਰਦੇ ਹਾਂ। ਜ਼ਿੰਦਗੀ ਵਿੱਚ ਅੱਜ ਤੱਕ ਜਿੰਨੇ ਪਾਪ ਕਮਾਏ ਨੇ, ਰੂਹ ਨੂੰ ਸਾਰਾ ਲੇਖਾ ਬੈਠ ਦਿਖਾਇਤ ਕਰਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ। ਤੇ ਕਿਵੇਂ ਦਾ ਲੱਗੇ ਤੁਹਾਨੂੰ ਇੱਥੇ ਟਾਈਮ ਸਪੈਂਡ ਕਰਕੇ? ਇੱਥੋਂ ਦਾ ਜੀ ਬਹੁਤ ਵਧੀਆ ਲੱਗਿਆ, ਇੱਥੇ ਕਾਫੀ ਅਜੇ ਨਵੇਂ ਕੋਈ ਦੇਖਣ ਨੂੰ ਮਿਲਿਆ, ਇੱਥੇ ਬਸ ਸੁਣਿਆ ਹੀ ਸੀਗਾ ਬੱਚੇ ਇਦਾਂ ਹੁੰਦੇ ਨੇ। ਪਹਿਲੀ ਵਾਰ ਆਏ ਹੋ ਤੁਸੀਂ? ਨਹੀਂ, ਪਹਿਲਾਂ ਹੋਰ ਐਨਜੀਓਸ ਗਏ ਆ ਜਿੱਥੇ ਅਨਾਥ ਆਸ਼ਰਮ ਵਗੈਰਾ, ਪਰ ਇੱਥੇ ਡਿਸੇਬਿਲਟੀ ਵਗੈਰਾ ਵਰਗੇ ਜਿਵੇਂ ਕਹਿ ਰਹੇ ਨੇ ਦੇਖਿਆ ਆ ਕੇ ਬੱਚੇ, ਪਰ ਇੰਨਾ ਦੇਖਣ ਨੂੰ ਮਿਲ ਲੱਗ ਵੀ ਰਿਹਾ ਪਰ ਹੈ ਨਹੀਂ, ਕਿਉਂਕਿ ਬੱਚਿਆਂ 'ਚ ਐਸੀ ਉਮੀਦ ਦੀ ਕਿਰਨ ਇਹਨਾਂ ਨੇ ਜਗਾਈ ਆ, ਕਿਉਂਕਿ ਸਾਰੇ ਇਹਦਾ ਦੇਖ ਕੇ ਛੱਡ ਦਿੰਦੇ ਨੇ, ਬੱਚਾ ਡਿਸੇਬਲ ਹੈ ਜੇ ਕੁਝ ਕਰ ਨਹੀਂ ਸਕਦਾ ਹੈਗਾ, ਇਹਨੂੰ ਬਸ ਕਿਤੇ ਅਨਾਥ ਆਸ਼ਰਮ ਛੱਡ ਆਓ ਜਾਂ ਕਿਤੇ ਛੱਡ ਆਓ। ਪਰ ਜਿਸ ਹਿਸਾਬ ਨਾਲ ਇਹ ਵਰਕ ਕਰ ਰਹੇ ਨੇਗੇ, ਬੱਚਿਆਂ ਨੂੰ ਨੋਰਮਲਾਈਜ਼ ਕਰ ਰਹੇ ਨੇ, ਕੋਈ ਉਹਨਾਂ ਦੇ ਵੱਖਰੀ ਉਮੀਦ ਦੀ ਕਿਰਨ ਆ ਰਹੀ ਆ, ਤੇ ਉਹ ਕੁਝ ਸਾਡੇ ਵਾਂਗੂ ਕਰਕੇ ਕੋਈ ਵੱਖਰਾ ਕਰਕੇ ਦਿਖਾਊਗੇ, ਸਾਡੇ ਵਾਂਗ ਜ਼ਰੂਰ ਕਰੂਗੇ। ਮੈਂ ਇਹ ਕਹਿਣਾ ਚਾਹੁੰਦਾ ਸਾਰੇ ਯੂਥ ਨੂੰ ਕਿ ਉਹ ਇੱਦਾਂ ਦੀ ਕੋਈ ਵੀ ਜਗ੍ਹਾ ਵਾ ਕਿਤੇ ਵੀ ਜਾ ਸਕਦੇ ਆ, ਕਰੋ ਜੋ ਕੁਝ ਕਰ ਸਕਦੇ ਆਪਣੇ ਦਿਲੋਂ, ਉਹਨਾਂ ਨੂੰ ਖੁਸ਼ੀ ਦਿਓ। ਸ਼ਰਧਾ ਨਾ ਕਰੋ, ਖੁਦ ਵੀ ਖੁਸ਼ੀ ਮਿਲੂਗੀ, ਉਹਨਾਂ ਨੂੰ ਖੁਸ਼ੀ ਮਿਲੂ। ਇਹ ਇੱਕ ਕਿਸਮ ਦੀ ਇਨਵੈਸਟਮੈਂਟ ਆ, ਜਿੰਨੀ ਆਪਾਂ ਖੁਸ਼ੀ ਦੇਵਾਂਗੇ ਉਹਦੀ ਦੁੱਗਣੀ ਆਪਾਂ ਨੂੰ ਖੁਸ਼ੀ ਮਿਲੂ। ਕੀ ਨਾਮ ਹੈ ਤੁਹਾਡਾ? मेरा नाम विभू है। ਤੇ ਕਿਵੇਂ ਤੁਹਾਨੂੰ ਲੱਗ ਰਿਹਾ ਇੱਥੇ ਟਾਈਮ ਸਪੈਂਡ ਕਰਕੇ ਨਾ ਬੱਚਿਆਂ ਦੇ ਨਾਲ? ਖੁਸ਼ੀ ਇਹਨਾਂ ਨੂੰ ਵੀ ਮਿਲੀ ਹੈ, ਕਾਫੀ ਖੁਸ਼ ਲੱਗ ਰਹੇ ਨੇ ਬੱਚੇ ਵੀ। मैम बहुत ही हम्बलिंग एक्सपीरियंस है। एज अ प्रिविलेज चाइल्ड हमें समाज की सच्चाइयों का नहीं पता जब तक हम ज़मीन पर नहीं उतरते हैं, और इन्हें आम भाषा में स्पेशल चाइल्ड कहा जाता है, और ये वाकई स्पेशल है क्योंकि मैं समझता हूँ कि ये मुझसे ज़्यादा स्पेशल है। हम में कहीं ना कहीं एक हिचकिचाहट है काम करने की, कहीं ना कहीं एक आलस है, पर आज जैसे मैम ने हमें दिखाया इनकी ड्राइंग्स, इनकी पेंटिंग्स, इनका क्राफ्ट वर्क और इनकी स्टिचिंग, और कितना कुछ है जो ये कितनी ऐसी फील्ड्स हैं जिनमें मेरे से ज़्यादा बेहतर हैं, तो बहुत ही हम्बलिंग एक्सपीरियंस है ये मेरे लिए। ਔਰ ਕਿਤੇ ਨਾ ਕਿਤੇ ਜੋ ਸਮਾਜ ਦੇ ਲੋਕ ਉਹਨਾਂ ਨੂੰ ਵੀ ਆਪਣੀ ਮੈਂਟੈਲਿਟੀ ਚੇਂਜ ਕਰਨ ਦੀ ਜ਼ਰੂਰਤ ਹੈ ਕਿ ਜਿਹੜੇ ਡਿਸੇਬਲ ਬੱਚੇ ਨੇ, ਜੋ ਇਹ ਵੀ ਪਾਰਟ ਆਫ ਮਤਲਬ ਕਿ ਲਾਈਫ, ਮਤਲਬ ਸਮਾਜ ਦਾ ਹੀ ਇੱਕ ਅੰਗ ਨੇ, ਇਹਨਾਂ ਨੂੰ ਅਲੱਗ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ। बिल्कुल मैम, और ऐसी ये चीज़ें वो हैं जो आज से पहले मैं भी नहीं सोचता था, इनके बारे में मैं भी बहुत इग्नोरेंट सा था, बट आज जब यहाँ पर आया हूँ तो पता लगता है कि ये भी हमारे ही समाज का हिस्सा हैं, और शायद इनमें हमसे ज़्यादा शक्ति है समाज में बदलाव लाने की। हम इतने प्रिविलेज्ड हैं, इतने कंफर्ट जोन में हैं कि हम इन छोटी चीज़ों की तरफ ध्यान नहीं देते, पर वाकई ये लोग स्पेशल हैं, मेरे से ज़्यादा स्पेशल हैं। ਸੋ ਗਵਰਨਮੈਂਟ ਕਾਲਜ ਤੋਂ ਲੈਕਚਰਰ ਡਾਕਟਰ ਸ਼ਵੇਤਾ ਮਿਗਲਾਨੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਅੱਜ ਤੁਸੀਂ ਇੱਥੇ ਪਹੁੰਚੇ ਹੋ ਇਸ ਇਵੈਂਟ ਦੇ ਵਿੱਚ, ਸਟੂਡੈਂਟਸ ਵੀ ਆਏ ਤੁਹਾਡੇ ਨਾਲ, ਗਰਲ ਸਟੂਡੈਂਟਸ, ਸੋ ਮੈਮ ਕਿਵੇਂ ਦਾ ਲੱਗ ਰਿਹਾ ਨੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਕੇ? We are really feeling very good. I think we are honored to be here today. International Happiness Week ਮਨਾਇਆ ਜਾ ਰਿਹਾ, and we are really happy to spread happiness. ਇੱਥੇ ਆ ਕੇ ਮੈਨੂੰ ਇਹ realize ਹੋ ਰਿਹਾ, I think these kids are more happy than what we are. We are running after materialistic things to make ourselves happy. ਔਰ ਮੈਨੂੰ ਇੱਥੇ ਆ ਕੇ ਲੱਗ ਰਿਹਾ ਕਿ what are we cribbing for? ਇਹ students ਜਿਹੜੇ ਸ਼ਾਇਦ ਅੰਡਰ ਪ੍ਰਿਵਿਲੇਜਡ ਹੈ, ਬਟ ਦੇ ਆਰ ਮੋਰ ਹੈਪੀ, ਦੇ ਆਰ ਇੰਜੋਇੰਗ ਥੀਸ ਮੂਮੈਂਟਸ ਮੋਰ ਦੈਨ ਵਾਟ ਵੀ ਆਰ ਡੂਇੰਗ। ਸੋ ਆਈ ਐਮ ਰੀਅਲੀ ਗਲੈਡ that I got a chance to be here today and be a part of them and spread smiles more, what we does in our daily life. ਔਰ ਮੈਮ ਇੱਕ ਸਮਾਜ ਦੇ ਲਈ ਕੀ ਮੈਸੇਜ ਦੇਣਾ ਚਾਹੂੰਗੀ? ਸਮਾਜ ਲਈ ਮੈਂ ਕਹਿਣਾ ਚਾਹੂੰਗੀ, ਇਹ ਜਿਹੜੀ ਯੂਥ ਹੈ ਸਾਡੀ ਫਿਊਚਰ ਜਨਰੇਸ਼ਨ ਹੈ, ਆਈ ਥਿੰਕ ਦੇ ਆਰ ਫੁੱਲ ਆਫ ਐਨਰਜੀ, ਦੇ ਹੈਵ ਮੋਰ ਆਈਡੀਆਜ਼, ਦੇ ਕੈਨ ਕਮ ਫਾਰਵਰਡ। ਜਿਵੇਂ ਕਿ ਸਿਟੀ ਨੀਡਸ, ਜਿਹੜੀ ਕਿ ਇੱਕ ਲੁਧਿਆਣਾ ਸ਼ਹਿਰ ਦੀ ਕੰਪਨੀ ਹੈ ਜਿਹੜੀ ਬਹੁਤ NGOs ਨੂੰ ਕੋਲੈਬੋਰੇਟ ਕਰ ਰਹੀ ਹੈ, ਠੀਕ ਹੈ। ਸੋ ਦੇ ਆਰ ਰੀਅਲੀ ਟੇਕਿੰਗ ਗੁੱਡ ਇਨੀਸ਼ੀਏਟਿਵ ਐਂਡ ਦੇ ਆਰ ਕੋਲੈਬੋਰੇਟਿੰਗ ਵਿਦ ਆਲ ਦ colleges, institutions, educational institutions of Ludhiana. So they are taking an initiative in bringing forward the youth of Ludhiana so that they realize that these underprivileged kids, they are also part of our society. So we also owe them a lot. Okay, they cannot contribute much, but ਮੈਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਖੁਸ਼ ਕਰਕੇ ਕੁਝ ਥੋੜੀ ਤਰੀਕੇ ਨਾਲ ਅਸੀਂ ਕੁਝ ਸੋਸਾਇਟੀਜ਼ 'ਚ ਕੰਟਰੀਬਿਊਟ ਕਰ ਰਹੇ ਹਾਂ। ਸੋ ਆਈ ਐਮ ਗਲੈਡ ਦੈਟ ਸਿਟੀ ਨੀਡਸ ਹੈਵ ਟੇਕਨ ਐਨ ਇਨੀਸ਼ੀਏਟਿਵ ਐਂਡ ਵੀ from Government College has also come through them only, and we are really happy to be here today. ਸੋ ਸਿਟੀ ਨੀਡਸ ਦੇ ਵੱਲੋਂ ਨੈਨਾ ਮੈਮ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਮੈਮ ਸਿਟੀ ਨੀਡਸ ਦੇ ਵੱਲੋਂ ਜਿਹੜਾ ਕਿ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਹੀ ਖੁਸ਼ੀਆਂ ਵੰਡਣ ਦਾ, ਤੇ ਅੱਜ ਇੱਥੇ ਤੁਸੀਂ ਪਹੁੰਚੇ ਹੋ ਇਹਨਾਂ ਡਿਸੇਬਲ ਬੱਚਿਆਂ ਦੇ ਨਾਲ, ਤੁਸੀਂ ਇਵੈਂਟ ਆਰਗੇਨਾਈਜ਼ ਕੀਤਾ ਹੈ, ਕਾਫੀ ਐਕਟੀਵਿਟੀਜ਼ ਵੀ ਕੀਤੀਆਂ ਗਈਆਂ, ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ। ਤੇ ਅੱਜ ਆਪਾਂ ਸੈਰੇਬਲ ਪਾਲਸੀ ਦੇ ਬੱਚਿਆਂ ਨਾਲ ਹੈ ਆਸ਼ੀਰਵਾਦ, ਤੇ ਸਾਡੇ ਨਾਲ ਕਾਲਜਸ ਤੇ ਡਿਫਰੈਂਟ NGO ਜੁੜੇ ਹੈਗੇ। ਸੋਲ ਸੀਡ ਆਇਆ ਸੀ, ਇਨਰ ਵੀਲ ਆਏ ਸੀ, ਔਰ SCD ਕਾਲਜ ਐਂਡ ਗਵਰਨਮੈਂਟ ਕਾਲਜ ਫॉर ਵੂਮਨ ਵੀ ਪ੍ਰੈਜ਼ੈਂਟ ਸੀ। ਸਾਰੇ ਬੱਚੇ ਇੰਨੇ ਖੁਸ਼ ਸੀ ਤੇ ਉਹਨਾਂ ਨੇ ਮਤਲਬ ਇੱਦਾਂ ਸਿੱਖਿਆ ਕਿ ਉਹ ਅੱਗੇ ਵੀ ਵੋਲੰਟਰਿਜ਼ਮ ਦਾ ਪਾਰਟ ਬਣਾਂਗੇ, ਔਰ ਅੱਗੇ ਸਿਰਫ ਅੱਜ ਦਾ ਦਿਨ ਨਹੀਂ ਸੈਲੀਬ੍ਰੇਟ ਕਰਾਂਗੇ, ਸਪੈਸ਼ਲ ਕੁਝ ਜਿੱਦਾਂ ਕਿ ਮੈਮ ਨੇ ਦੱਸਿਆ ਸੀ ਕਿ ਇੱਥੇ ਇਹਨਾਂ ਨੂੰ ਸਪੈਸ਼ਲ ਨਹੀਂ ਟਰੀਟ ਕਰਨਾ ਚਾਹੀਦਾ ਹੈ ਜਾਂ ਸਿੰਪੈਥੀ ਨਹੀਂ ਦੇਣੀ ਚਾਹੀਦੀ ਹੈ, ਇਹਨਾਂ ਨੂੰ ਆਪਣਾ ਹੀ ਸਮਝਣਾ ਚਾਹੀਦਾ ਹੈ। ਉਹ ਇਹ ਤੁਹਾਡੀ ਸਿੰਪੈਥੀ ਨਹੀਂ ਚਾਹੁੰਦੇ, ਇਹ ਚਾਹੁੰਦੇ ਕਿ ਤੁਸੀਂ ਬਰਾਬਰ ਸਮਝੋ ਇਹਨਾਂ ਨੂੰ, ਔਰ ਸਪੈਸ਼ਲ ਟਰੀਟ ਨਾ ਕਰੋ ਕਿ ਹਾਏ ਇਹਨੂੰ ਕੀ ਹੋ ਗਿਆ, ਇਸ ਟਾਈਪ ਦਾ ਨਹੀਂ। ਇਹਨਾਂ ਨੂੰ ਵੀ ਇਕੁਅਲ ਓਪਰਚੁਨਿਟੀ ਮਿਲਣੀ ਚਾਹੀਦੀ ਹੈ। ਉਸ ਮੈਮ ਅੱਜ ਹੈਪੀਨੈਸ ਵੀਕ ਦਾ 5th ਡੇ ਹੈ, ਅੱਜ ਤੁਸੀਂ ਇੱਥੇ ਪਹੁੰਚੇ, ਬੱਚਿਆਂ ਨਾਲ ਕਾਫੀ ਐਕਟੀਵਿਟੀਜ਼ ਕੀਤੀਆਂ ਨੇ, ਤੇ ਜਿਹੜਾ ਕਿ ਡਾਕਟਰ ਮੈਮ ਵੀ ਆਏ, ਉਹਨਾਂ ਨੇ ਵੀ ਦੱਸਿਆ ਸੀ ਕਿ ਬੱਚੇ ਸਪੈਸ਼ਲ ਨਹੀਂ ਹੈਗੇ, ਇਹ ਵੀ मतलब कि समाज का ही हिस्सा ने। की कहना चाहते हैं? बहुत अच्छा लग रहा है जब हम ऑटिज़म की बात करते हैं, सेरेब्रल पैल्सी की बात करते हैं, तो वी ऑलवेज ट्राई कि इनके लिए एक अलग से स्कूल हो या इनके लिए एक अलग से कम्युनिटी हो, बट क्यों, उसकी कोई ज़रूरत नहीं है। वाई कांट वी हैव अ इंक्लूसिव सोसाइटी ऑफ दीज चिल्ड्रन जहाँ पे ये नॉर्मल किड्स के साथ रहे, उनके जैसे अपने आप में डेवलपमेंट लाएँ, एंड या कोई इसमें प्रॉब्लम नहीं होती, बिकॉज ये बच्चे ऐसा नहीं कि चीज़ें समझ नहीं पाते, देयर ब्रेन्स आर वेरी एक्टिव, दे आर वेरी शार्प। आपने कुछ बच्चों की ड्राइंग्स देखी होगी, बहुत बहुत सुंदर ड्राइंग्स की थी उन्होंने, तो हमें अपनी थॉट प्रोसेस को थोड़ी शार्प करने की ज़रूरत है। ये बच्चे बहुत इंटेलिजेंट है एंड वो बहुत जल्दी अंडरस्टैंड करते हैं चीज़ों को। मैम जैसे कि लोग सोचते हैं, लोगों की मेंटालिटी ऐसी स्टार्टिंग से ही बनी हुई है कि मतलब थोड़ा डिफरेंट है ये बच्चे, काफ़ी मेहनत करनी पड़ती है इनके ऊपर, तो आपको क्या लगता है? नहीं मैम, ये जैसे कि मैम ने कहा कि हमें एक माइंडसेट बदलने की ज़रूरत है। हम इसे एक डिसेबिलिटी नहीं, एक स्पेशल एबिलिटी की तरह देखें। इन्हें बस थोड़ी स्पेशल केयर और प्रोटेक्शन की ज़रूरत है, थोड़ी स्पेशल गाइडेंस की ज़रूरत है, पर ये डिसेबल्ड नहीं है, ये किसी भी तरीके से हमसे कम नहीं है, रादर ये शायद हमसे बढ़कर ही है, क्योंकि इनकी कई एबिलिटीज़ हमारी सोच से भी परे हैं। हमने इनके बनाए हुए बैग्स देखे, पेंटिंग्स देखी, और उनमें इतनी सफाई है, उनमें इतनी कला है जितनी शायद हमारे हाथों में भी नहीं है। तो इसीलिए इनको हम इसी लेंस से ही ना देखें, जो हम अपने आप को नॉर्मल कहते हैं और इन्हें नहीं, ये गलत है। और ये यहाँ पर आकर एक्सपीरियंस करके ही पता लगता है। ये किताबी बातें हम कैमरा से नहीं समझा सकते, आपको यहाँ पर आना ही होगा, और आप ज़रूर आइए, आप यहाँ पर बहुत कुछ सीखेंगे। जो आज हमारे साथ कॉलेज के बच्चे आए हैं वो मुझे यही बता कर गए हैं कि हमारा लाइफ का पर्सपेक्टिव बदल गया है, जीने का नज़रिया बदल गया है। यहाँ पर हमने ऐसी चीज़ें सीखी हैं जो हम अपनी क्लासरूम के अंदर बैठ के नहीं सीख सकते थे, एक इंटर्नशिप पर नहीं सीख सकते थे। और सिटी नीड्स का वॉलंटियर प्रोग्राम जो है वो यही चाहता है कि जो हमारा यूथ है, जो हमारा फ्यूचर है कंट्री का, वो हमारे आसपास के समाज को जाने, वो सिर्फ़ किताबों में, वो सिर्फ मार्क्स के पीछे ना दौड़े, सिर्फ अच्छी जॉब्स और सैलरी पैकेज के पीछे ना दौड़े, बल्कि एक अच्छा काम करने की, एक अच्छा नागरिक बनने के पीछे भागे। ਸੋ ਆਪਣੇ ਲਈ ਤਾਂ ਹਰ ਕੋਈ ਜਿੰਦਾ ਹੈ, ਪਰ ਕਿਸੇ ਦੂਸਰੇ ਲਈ ਅਸੀਂ ਉਹਨਾਂ ਨੂੰ ਹਸਾ ਕੇ, ਉਹਨਾਂ ਨੂੰ ਖੁਸ਼ੀ ਦੇ ਕੇ, ਉਹਨਾਂ ਨੂੰ ਵੀ ਜੀਣਾ ਸਿਖਾਉਂਦੇ ਆ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਕਹਿੰਦੇ ਨੇ ਕਿ ਦੁੱਖ ਵੰਡਣ ਦੇ ਨਾਲ ਘੱਟ ਹੁੰਦੇ ਨੇ ਤੇ ਖੁਸ਼ੀਆਂ ਵੰਡਣ ਦੇ ਨਾਲ ਵੱਧਦੀਆਂ ਨੇ। ਤੇ ਇਸੇ ਤਰ੍ਹਾਂ ਜਿਹੜਾ ਕਿ ਸਿਟੀ ਨੀਡਸ ਦੇ ਵੱਲੋਂ ਵੀ ਇਨੀਸ਼ੀਏਟਿਵ ਲਿਆ ਗਿਆ, ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਾ ਕੇ, ਚਾਹੇ ਉਹ ਬੱਚੇ ਹੋਣ ਜਾਂ ਬਜ਼ੁਰਗ ਹੋਣ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਨੇ, ਉਹਨਾਂ ਨੂੰ ਆਪਣਾ ਸਮੇਂ ਦੇ ਰਹੇ ਨੇ, ਉਹਨਾਂ ਦੇ ਵਿੱਚ ਖੁਸ਼ੀਆਂ ਜਾ ਕੇ ਵੰਡ ਰਹੇ ਨੇ, ਤਾਂ ਬਹੁਤ ਵੱਡੀ ਗੱਲ ਹੈ। ਔਰ ਇਸ ਤੋਂ ਇਲਾਵਾ ਵੱਖ-ਵੱਖ NGOs ਨੂੰ ਵੀ ਉਹਨਾਂ ਨੇ ਪਲੇਟਫਾਰਮ ਦਿੱਤਾ ਹੈ ਤਾਂ ਕਿ ਉਹ ਵੀ ਇੱਥੇ ਆ ਸਕਣ, ਉਹ ਵੀ ਆਪਣਾ ਟਾਈਮ ਸਪੈਂਡ ਕਰ ਸਕਣ, ਇਹਨਾਂ ਨੂੰ ਜੋ ਜ਼ਰੂਰਤ ਦਾ ਸਮਾਨ ਹੈ ਉਹ ਵੀ ਆ ਕੇ ਇਹਨੂੰ ਡਿਸਟ੍ਰੀਬਿਊਟ ਕਰ ਸਕਣ। ਤਾਂ ਸਮਾਜ ਦੇ ਲਈ ਵੀ ਇੱਕ ਅੱਛਾ ਜਿਹੜਾ ਕਿ ਮੈਸੇਜ ਆਉਂਦਾ ਹੈ ਇਸ ਤਰ੍ਹਾਂ ਕਿ ਜੋ ਲੋਕ ਆਪਣੇ ਕੰਮ ਦੇ ਵਿੱਚ ਰੁੱਝੇ ਰਹਿੰਦੇ ਨੇ, ਥੋੜਾ ਜਿਹਾ ਟਾਈਮ ਕੱਢ ਕੇ ਜਿਹੜੇ ਕਿ ਇਸ ਵੱਲ ਵੀ ਧਿਆਨ ਦੇਣ, ਜਿਹੜਾ ਕਿ ਇਹ ਕੌਜ਼ ਹੈ ਇਹਦੇ ਵੱਲ ਵੀ ਧਿਆਨ ਦੇਣ, ਔਰ ਇੱਥੇ ਆ ਕੇ ਆਪਣਾ ਟਾਈਮ ਦੇਣ, ਆਪਣੀ ਖੁਸ਼ੀਆਂ ਵੰਡਣ ਔਰ ਐਕਟੀਵਿਟੀਜ਼ ਦੇ ਵਿੱਚ ਵੀ ਭਾਗ ਲੈਣ, ਤਾਂ ਕਿ ਇਹਨਾਂ ਨੂੰ ਵੀ ਲੱਗੇ ਇਹ ਸਮਾਜ ਤੋਂ ਪਰੇ ਨਹੀਂ ਹੈ, ਇਹ ਵੀ ਸਮਾਜ ਦਾ ਇੱਕ ਹਿੱਸਾ ਨੇ। ਸੋ ਮੀਡੀਆ ਪਾਰਟਨਰ ਲੁਧਿਆਣਾ ਲਾਈਵ, ਕੈਮਰਾਮੈਨ ਆਕਾਸ਼ ਮਾਂਡੀ ਦੇ ਨਾਲ ਪਰਮਜੀਤ ਕੌਰ, ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ।